Hello my dear students, this is Kiran Mitharu, your online teacher. First of all, I welcome you all on your own YouTube channel, your classroom at home. Yes my dear students, we have already completed your geography and up to 12th chapter of history, and today we will start class number 13, the Mauryas and the Shungas. हाँ जी, ਆਪਾਂ ਇਸ ਤੋਂ ਪਹਿਲਾਂ ਜਿਓਗ੍ਰਾਫੀ ਦੇ ਸਾਰੇ ਚੈਪਟਰਸ ਕਰ ਚੁੱਕੇ ਹਾਂ ਤੇ ਹਿਸਟਰੀ ਦੇ ਕਰ ਲਏ ਆ 12 ਚੈਪਟਰਸ ਤੱਕ। ਇਹ ਜਿਹੜੇ ਵੀਡੀਓ ਲੈਸਨਸ ਹੈਗੇ ਆ ਇਹ ਸਾਰੇ ਹੀ ਸਟੂਡੈਂਟਸ ਦੇ ਲਈ ਯੂਸਫੁਲ ਹੋਣਗੇ, ਚਾਹੇ ਉਹ ਪੰਜਾਬੀ ਮੀਡੀਅਮ ਵਾਲੇ ਬੱਚੇ ਆ ਜਾਂ ਫਿਰ ਇੰਗਲਿਸ਼ ਮੀਡੀਅਮ ਵਾਲੇ ਬੱਚੇ ਆ। ਠੀਕ ਹੈ, ਦੋਨੋਂ ਹੀ ਦੇਖ ਸਕਦੇ ਆ। ਤੇ ਜੇ ਤੁਸੀਂ ਅਜੇ ਉਹਨਾਂ ਵਿੱਚੋਂ ਕੋਈ ਵੀਡੀਓ ਲੈਸਨ ਨਹੀਂ ਦੇਖੇ ਤਾਂ ਉਹ ਜ਼ਰੂਰ ਦੇਖ ਲੈਣਾ, ਤੇ ਮੈਂ ਲਿੰਕ ਵੀ ਇਸ ਵੀਡੀਓ ਲੈਸਨ ਦੀ ਡਿਸਕ੍ਰਿਪਸ਼ਨ ਦੇ ਵਿੱਚ ਸ਼ੇਅਰ ਕਰ ਦੂੰਗੀ ਤੇ ਉੱਥੋਂ ਤੁਸੀਂ ਦੇਖ ਸਕਦੇ ਆ। हाँ जी, let's start class number 13, the Mauryas and the Shungas. The establishment of the Mauryan Empire in the last quarter of the 4th century BC marks the beginning of a new chapter in Indian history. ਚੌਥੀ ਸ਼ਤਾਬਦੀ ਈਸਵੀ ਪੂਰਵ ਦੇ ਲਾਸਟ ਹਿੱਸੇ ਦੇ ਵਿੱਚ ਮੌਰੀਆ ਸਾਮਰਾਜ ਦੀ ਸਥਾਪਨਾ ਜਦੋਂ ਹੋਈ ਤੇ ਨਾਲ ਹੀ ਭਾਰਤੀ ਇਤਿਹਾਸ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਇਆ। In 326 BC, Alexander, a great Greek conqueror from Macedonia, invaded India and was able to conquer some of the Indian kings and states in the northwest up to river Beas in Punjab. ਤੇ 326 ਈਸਵੀ ਪੂਰਵ ਸਿਕੰਦਰ ਜੋ ਕਿ ਬਹੁਤ ਮਹਾਨ ਸ਼ਾਸਕ ਸੀ, ਮਕਦੂਨੀਆ ਦਾ ਮਹਾਨ ਯੂਨਾਨੀ ਸ਼ਾਸਕ ਸੀ, ਉਸਨੇ ਭਾਰਤ ਦੇ ਉੱਤੇ ਹਮਲਾ ਕੀਤਾ ਸੀ ਤੇ ਉਸਨੇ ਬਿਆਸ ਨਦੀ ਤੱਕ ਪੰਜਾਬ ਦੇ ਵਿੱਚ ਉੱਤਰ ਪੱਛਮ ਦੇ ਬਹੁਤ ਸਾਰੇ ਰਾਜਿਆਂ ਨੂੰ ਹਰਾ ਦਿੱਤਾ ਸੀ। He first defeated Ambi, the king of Taxila near Islamabad, Pakistan. Porus Puru, who gave Alexander a stiff resistance, was the other important king defeated by him. ਪਹਿਲਾਂ ਉਸਨੇ ਤਕਸ਼ੀਲਾ ਜੋ ਕਿ ਪਾਕਿਸਤਾਨ ਦੇ ਇਸਲਾਮਾਬਾਦ ਦੇ ਨੇੜੇ ਸੀ, ਉਸ ਦੇ ਰਾਜਾ ਅੰਬੀ ਨੂੰ ਹਰਾਇਆ। ਉਸ ਤੋਂ ਬਾਅਦ ਪੋਰਸ ਨੂੰ, ਠੀਕ ਹੈ, ਜਿਸ ਨੂੰ ਪੁਰੂ ਵੀ ਕਿਹਾ ਜਾਂਦਾ, ਤੇ ਉਸਨੇ ਸਿਕੰਦਰ ਦਾ ਡਟ ਕੇ ਮੁਕਾਬਲਾ ਕੀਤਾ ਤੇ ਸਿਕੰਦਰ ਉਸ ਦੇ ਦੁਆਰਾ ਹਰਾਇਆ ਜਾਣ ਵਾਲਾ ਇੱਕ ਹੋਰ ਪ੍ਰਸਿੱਧ ਰਾਜਾ ਸੀ। But Alexander had to go back from the Beas as his soldiers got scared of the resistance they received in Punjab and were also tired of long journey and warfare. ਤੇ ਹੁਣ ਕੀ ਹੋਇਆ ਸੀ, ਜਦੋਂ ਸਿਕੰਦਰ ਦੇ ਸੈਨਿਕ ਪੰਜਾਬ 'ਚ ਆਏ ਤੇ ਉਹਨਾਂ ਨੇ ਉੱਥੋਂ ਦੇ ਲੋਕਾਂ ਦੀ ਬਹਾਦਰੀ ਦੇਖੀ ਤੇ ਉਹ ਡਰ ਗਏ। ਤੇ ਇਸ ਤੋਂ ਬਾਅਦ ਉਹ ਲਗਾਤਾਰ ਯੁੱਧ ਕਰਦੇ ਆਏ ਸੀ, ਬਹੁਤ ਲੰਬੀ ਯਾਤਰਾ ਕਰਕੇ ਆਏ ਸੀ ਤੇ ਉਹ ਥੱਕ ਵੀ ਗਏ ਸੀ, ਤੇ ਇਸੇ ਕਰਕੇ ਹੀ ਸਿਕੰਦਰ ਨੂੰ ਬਿਆਸ ਨਦੀ ਤੋਂ ਵਾਪਸ ਮੁੜਨਾ ਪਿਆ। After Porus' defeat, when he was brought before Alexander, he asked to him, "How should I treat you?" He replied that as a king treats a king. Alexander was so impressed by his bravery and returned all his ਟੈਰੀਟਰੀ। ਪੋਰਸ ਦੀ ਹਾਰ ਤੋਂ ਬਾਅਦ ਜਦੋਂ ਉਸਨੂੰ ਸਿਕੰਦਰ ਦੇ ਸਾਹਮਣੇ ਲਿਆਂਦਾ ਗਿਆ ਤੇ ਉਸਨੂੰ ਪੁੱਛਿਆ ਗਿਆ ਕਿ ਤੇਰੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਣਾ ਚਾਹੀਦਾ, ਤਾਂ ਉਸਨੇ ਜਵਾਬ ਦਿੱਤਾ ਸੀ ਕਿ ਜਿਸ ਤਰ੍ਹਾਂ ਇੱਕ ਰਾਜਾ ਦੂਸਰੇ ਰਾਜੇ ਨਾਲ ਕਰਦਾ ਹੈ। ਤੇ ਉਸ ਦਾ ਜਵਾਬ ਸੁਣ ਕੇ ਸਿਕੰਦਰ ਉਸ ਦੀ ਬਹਾਦਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਤੇ ਉਸਨੇ ਉਸਨੂੰ ਉਸਦਾ ਸਾਰਾ ਜਿਹੜੀ ਟੈਰੀਟਰੀ ਸੀ ਜਾਂ ਰਾਜ ਸੀ ਉਹ ਵਾਪਸ ਕਰ ਦਿੱਤਾ ਸੀ। ਐਟ ਦ ਟਾਈਮ ਆਫ ਅਲੈਗਜ਼ੈਂਡਰਸ ਰਿਟਰਨ, ਇੰਡੀਆ ਵਾਸ ਡਿਵਾਈਡਡ ਇਨਟੂ ਮੈਨੀ ਕਿੰਗਡਮਸ। ਸਿਕੰਦਰ ਦੀ ਵਾਪਸੀ ਦੇ ਸਮੇਂ ਭਾਰਤ ਬਹੁਤ ਛੋਟੇ ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ। ਦ ਨੰਦਾਸ ਹੂ ਵਰ ਰੂਲਿੰਗ ਓਵਰ ਮਗਧ ਹੈਡ ਬਿਕਮ ਅਨਪੋਪੂਲਰ। ਤੇ ਨੰਦ ਵੰਸ਼ ਜਿਹੜਾ ਸੀ, ਜਿਹੜਾ ਕਿ ਉਸ ਸਮੇਂ ਮਗਧ ਦੇ ਵਿੱਚ ਰਾਜ ਕਰਦਾ ਸੀ, ਉਹ ਬਹੁਤ ਬਦਨਾਮ ਹੋ ਚੁੱਕੇ ਸੀ। ਦੇਅਰ ਰੂਲ ਵਾਸ ਦਾ ਓਵਰਥਰੋਨ ਬਾਈ ਚੰਦਰਗੁਪਤ ਮੌਰੀਆ with the help of his teacher Chanakya, and the Mauryan Empire was established around 321 BC. ਤੇ ਚੰਦਰਗੁਪਤ ਮੌਰੀਆ ਨੇ ਆਪਣੇ ਗੁਰੂ, ਉਹਦੇ ਗੁਰੂ ਦਾ ਨਾਮ ਸੀ ਚਾਣਕਿਆ, ਉਹਨਾਂ ਦੀ ਸਹਾਇਤਾ ਦੇ ਨਾਲ ਉਸਨੇ ਲਗਭਗ 321 ਈਸਵੀ ਪੂਰਵ ਨੰਦ ਵੰਸ਼ ਨੂੰ ਖਤਮ ਕਰਕੇ ਮੌਰੀਆ ਵੰਸ਼ ਦੀ ਨੀਂਹ ਰੱਖੀ ਸੀ। Two very important books written in this period tell us about the Mauryas and their time. ਤੇ ਇਸੇ ਸਮੇਂ ਦੌਰਾਨ ਦੋ ਮਹੱਤਵਪੂਰਨ ਬੁੱਕਸ ਲਿਖੀਆਂ ਗਈਆਂ ਸੀ ਜਿਹੜੀਆਂ ਕਿ ਸਾਨੂੰ ਮੌਰੀਆ ਤੇ ਉਹਨਾਂ ਦੇ ਸਮੇਂ ਬਾਰੇ ਦੱਸਦੀਆਂ। ਦ ਫਸਟ ਇਜ਼ ਦ ਅਰਥ ਸ਼ਾਸਤਰ ਰਿਟਨ ਬਾਈ ਕੌਟਿਲਿਆ, whose other name was ਚਾਣਕਿਆ। ਤੇ ਉਹਨਾਂ ਵਿੱਚੋਂ ਇੱਕ ਸੀ ਅਰਥ ਸ਼ਾਸਤਰ ਜਿਸ ਨੂੰ ਕੌਟਿਲਿਆ ਨੇ ਲਿਖਿਆ ਸੀ, ਜਿਨ੍ਹਾਂ ਦਾ ਦੂਜਾ ਨਾਂ ਚਾਣਕਿਆ ਵੀ ਆ। ਹੀ ਵਾਜ਼ ਅ ਟੀਚਰ ਐਟ ਦ ਟੈਕਸਿਲਾ ਯੂਨੀਵਰਸਿਟੀ ਐਂਡ ਅ ਗ੍ਰੇਟ ਸਕੋਲਰ। ਤੇ ਉਹ ਟੈਕਸਿਲਾ ਯੂਨੀਵਰਸਿਟੀ ਜਿਹੜੀ ਸੀ, ਤਕਸ਼ੀਲਾ ਯੂਨੀਵਰਸਿਟੀ, ਉੱਥੇ ਟੀਚਰ ਸੀ ਤੇ ਇੱਕ ਮਹਾਨ ਵਿਦਵਾਨ ਸਨ।
After making Chandragupta the king of Magadha, Chandragupta became the prime minister of the Mauryan Empire. ਤੇ ਸਭ ਪਹਿਲਾਂ ਤਾਂ ਉਹਨੇ ਚਾਣਕਿਆ ਨੇ ਚੰਦਰਗੁਪਤ ਨੂੰ ਮਗਧ ਦਾ ਰਾਜਾ ਬਣਾਇਆ, ਉਸ ਤੋਂ ਬਾਅਦ ਉਹ ਆਪ ਉੱਥੋਂ ਦੇ ਮੌਰੀਆ ਐਮਪਾਇਰ ਦਾ ਪ੍ਰਧਾਨ ਮੰਤਰੀ ਬਣ ਗਿਆ। The Arthashastra tells us about the Mauryan administration. ਤੇ ਅਰਥ ਸ਼ਾਸਤਰ ਤੋਂ ਸਾਨੂੰ ਮੌਰੀਆ ਦੇ ਸ਼ਾਸਨ ਪ੍ਰਬੰਧ ਬਾਰੇ ਪਤਾ ਲੱਗਦਾ। The second book was the Indica, written by Maxenus, the Greek ambassador of Seleucus Nicator in the court of Chandragupta Maurya। ਤੇ दूसरी बुक मैक्सनीस ਦੇ ਦੁਆਰਾ ਲਿਖੀ ਗਈ ਇੰਡਿਕਾ ਹੈ ਤੇ ਮੈਕਸਨੀਸ ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ ਸਲਿਊਸ ਨਿਕੇਟਰ ਦਾ ਯੂਨਾਨੀ ਰਾਜਦੂਤ ਸੀ। We also have inscriptions of Ashoka written on rocks and huge stone pillars put up at several places। ਤੇ ਇਸ ਤੋਂ ਇਲਾਵਾ ਸਾਨੂੰ ਅਸ਼ੋਕ ਦੁਆਰਾ ਵੱਡੇ ਵੱਡੇ ਪੱਥਰਾਂ ਦੇ ਉੱਤੇ ਜਾਂ ਸਤੰਭਾਂ ਦੇ ਉੱਤੇ ਜਿਹੜੇ ਲਿਖਵਾਏ ਸ਼ਿਲਾ ਲੇਖ ਆ ਉਹ ਵੀ ਮਿਲਦੇ ਆ। They are known as Ashoka's edicts ਤੇ ਜਿਨ੍ਹਾਂ ਨੂੰ ਅਸੀਂ ਅਸ਼ੋਕ ਦੀਆਂ ਰਾਜ ਆਗਿਆਵਾਂ ਦੇ ਨਾਮ ਨਾਲ ਜਾਣਦੇ ਹਾਂ, ਕਿਉਂਕਿ ਇਹਨਾਂ ਪਿਲਰਸ ਦੇ ਉੱਪਰ ਹੀ ਅਸ਼ੋਕ ਨੇ ਆਪਣੀ ਜਿਹੜੀ ਪਬਲਿਕ ਸੀ ਉਹਦੀ ਪਰਜਾ ਸੀ ਉਹਦੇ ਲਈ ਇੰਸਟਰਕਸ਼ਨਸ ਲਿਖਵਾਈਆਂ ਹੋਈਆਂ ਸੀ ਵੀ ਤੁਹਾਨੂੰ ਕੀ ਕਰਨਾ ਚਾਹੀਦਾ ਆ, ਹੈ ਨਾ, ਕੀ ਨਹੀਂ ਕਰਨਾ ਚਾਹੀਦਾ। ਹਾਂਜੀ, ਡਾਇਨੈਸਟੀ, when many members of one family become king then one after the other it is called a dynasty। ਹਾਂਜੀ, ਡਾਇਨੈਸਟੀ ਆਪਾਂ ਕਿਹਨੂੰ ਕਹਿ ਦਿੰਦੇ ਹਾਂ, ਵੰਸ਼ ਕਿਹਨੂੰ ਕਹਿ ਦਿੰਦੇ ਹਾਂ, ਜਦੋਂ ਇੱਕੋ ਹੀ ਪਰਿਵਾਰ ਦੇ ਇੱਕ ਤੋਂ ਬਾਅਦ ਇੱਕ ਰਾਜੇ ਬਣਦੇ ਆ। There were 3 famous kings of Maurya dynasty, Chandragupta, his son Bindusara and Ashoka, son of Bindusara। ਤੇ ਮੌਰੀਅਨ ਜਿਹੜੀ ਡਾਇਨੈਸਟੀ ਹੋਈ ਆ ਉਹਦੇ ਵਿੱਚ ਵੀ ਇਹ ਰਾਜੇ ਸੀਗੇ, ਪਹਿਲਾਂ ਚੰਦਰਗੁਪਤ ਸੀ, ਉਸ ਤੋਂ ਬਾਅਦ ਉਹਦਾ ਪੁੱਤਰ ਬਿੰਦੂਸਾਰਾ ਤੇ ਉਸ ਤੋਂ ਬਾਅਦ ਉਸਦਾ ਪੁੱਤਰ ਅਸ਼ੋਕਾ ਸੀ। ਠੀਕ ਹੈ, ਚੰਦਰਗੁਪਤ ਮੌਰੀਆ was the first ruler to unify and rule over almost whole of India। ਚੰਦਰਗੁਪਤ ਮੌਰੀਆ ਸਾਰੇ ਭਾਰਤ ਨੂੰ ਇੱਕ ਸੂਤਰ ਵਿੱਚ ਪਰੋਣ ਵਾਲਾ ਪਹਿਲਾ ਰਾਜਾ ਸੀ। He defeated Seleucus ਤੇ ਉਸਨੇ ਸੈਲਿਊਕਸ ਨੂੰ ਹਰਾ ਦਿੱਤਾ ਸੀ। The commander of Alexander who was made ruler of Afghanistan after Alexander's return। ਉਸਨੇ ਸੈਲਿਊਕਸ ਜਿਸ ਨੂੰ ਸਿਕੰਦਰ ਨੇ ਭਾਰਤ ਤੋਂ ਵਾਪਸ ਜਾਣ ਸਮੇਂ ਅਫਗਾਨਿਸਤਾਨ ਦਾ ਰਾਜਾ ਬਣਾ ਦਿੱਤਾ ਸੀ, ਉਸ ਨੂੰ ਵੀ ਹਰਾ ਦਿੱਤਾ ਸੀ। Seleucus had to give a large area of Afghanistan to Chandragupta that became a part of the Mauryan Empire। ਤੇ ਸੈਲਿਊਕਸ ਨੇ ਫਿਰ ਚੰਦਰਗੁਪਤ ਮੌਰੀਆ ਨੂੰ ਅਫਗਾਨਿਸਤਾਨ ਦਾ ਬਹੁਤ ਹਿੱਸਾ ਦੇ ਦਿੱਤਾ ਸੀ ਜੋ ਕਿ ਮੌਰੀਆ ਐਮਪਾਇਰ ਦਾ ਹਿੱਸਾ ਬਣ ਗਿਆ ਸੀ। Chandragupta's empire extended from Afghanistan in the northwest to Karnataka in the south and from Assam in east it extended up to Gujarat in the west। ਹਾਂਜੀ, ਹੁਣ ਜਿਹੜਾ ਏਰੀਆ ਸੀ ਮੌਰੀਆ ਸਾਮਰਾਜ ਦਾ ਉਹ ਉੱਤਰ ਪੱਛਮ ਦੇ ਵਿੱਚ ਅਫਗਾਨਿਸਤਾਨ ਤੋਂ ਲੈ ਕੇ ਦੱਖਣ ਦੇ ਵਿੱਚ ਕਰਨਾਟਕਾ ਤੱਕ ਤੇ ਪੂਰਬ ਦੇ ਵਿੱਚ ਅਸਾਮ ਤੋਂ ਲੈ ਕੇ ਪੱਛਮ ਦੇ ਵਿੱਚ ਗੁਜਰਾਤ ਤੱਕ ਫੈਲਿਆ ਹੋਇਆ ਸੀ। ਚੰਦਰਗੁਪਤ ਰੂਲਡ ਅਪ ਟੂ 297 BC ਤੇ ਚੰਦਰਗੁਪਤ ਨੇ 297 ਈਸਵੀ ਪੂਰਬ ਤੱਕ ਰਾਜ ਕੀਤਾ ਸੀ। ਆਫਟਰ ਹਿਮ ਹਿਜ਼ ਸਨ ਬਿੰਦੂਸਾਰਾ ਰੂਲਡ ਫॉर ਅਬਾਊਟ 25 years ਤੇ ਉਸ ਦੀ ਮੌਤ ਤੋਂ ਬਾਅਦ ਉਸਦੇ ਪੁੱਤਰ ਬਿੰਦੂਸਾਰਾ ਨੇ ਲਗਭਗ 25 ਸਾਲ ਰਾਜ ਕੀਤਾ ਸੀ। ਨੈਕਸਟ ਇਜ਼ ਅਸ਼ੋਕਾ ਦ ਗ੍ਰੇਟ। ਅਸ਼ੋਕਾ ਬਾਰੇ ਤਾਂ ਸਾਰਿਆਂ ਨੂੰ ਹੀ ਪਤਾ ਆ, ਠੀਕ ਹੈ। ਆਫਟਰ ਦ ਡੈਥ ਆਫ ਬਿੰਦੂਸਾਰਾ ਹਿਸ ਸਨ ਅਸ਼ੋਕਾ ਬਿਕੇਮ ਦ ਕਿੰਗ ਇਨ 273 BC। ਹਾਂਜੀ, ਬਿੰਦੂਸਾਰਾ ਦੀ ਮੌਤ ਤੋਂ ਬਾਅਦ ਉਹਨਾਂ ਦਾ ਪੁੱਤਰ ਜਿਹੜਾ ਸੀ ਅਸ਼ੋਕ ਉਹ ਰਾਜਾ ਬਣਿਆ 273 ਈਸਵੀ ਪੂਰਬ 'ਚ। ਹੀ ਇਜ਼ ਕੰਸੀਡਰਡ ਵਨ ਆਫ ਦ ਗ੍ਰੇਟੈਸਟ ਰੂਲਰ ਇਨ ਦ ਵਰਲਡ and is famous for his message of peace and humanity। ਤੇ ਅਸ਼ੋਕ ਨੂੰ ਸੰਸਾਰ ਦੇ ਸਭ ਤੋਂ ਮਹਾਨ ਰਾਜਿਆਂ ਦੇ ਵਿੱਚ ਗਿਣਿਆ ਜਾਂਦਾ ਹੈ। ਉਹ ਆਪਣੇ ਸ਼ਾਂਤੀ ਤੇ ਮਾਨਵਤਾ ਦੇ ਸੰਦੇਸ਼ਾਂ ਦੇ ਲਈ ਪ੍ਰਸਿੱਧ ਹੈ। In 261 BC he conquered ਕਲਿੰਗਾ ਉੜੀਸਾ। 261 ਈਸਵੀ ਪੂਰਬ ਦੇ ਵਿੱਚ ਉਸਨੇ ਕਲਿੰਗਾ ਨੂੰ ਜਿੱਤਿਆ ਸੀ, ਜਿਸ ਨੂੰ ਕਿ ਉੜੀਸਾ ਵੀ ਕਿਹਾ ਜਾਂਦਾ। A very large number of people were killed in this war, many were injured, many more were made prisoners। ਤੇ ਇਸ ਯੁੱਧ ਦੇ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਸੀ, ਬਹੁਤ ਸਾਰੇ ਜ਼ਖਮੀ ਹੋ ਗਏ ਸੀ ਤੇ ਬਹੁਤ ਸਾਰਿਆਂ ਨੂੰ ਕੈਦੀ ਬਣਾ ਲਿਆ ਗਿਆ ਸੀ। ਅਸ਼ੋਕਾ became sad by this bloodshed and gave up war forever and became a follower of Buddhism। ਤੇ ਇਸ ਕਲਿੰਗਾ ਦੇ ਯੁੱਧ ਤੋਂ ਬਾਅਦ ਜਿਹੜਾ ਉਹਨਾਂ ਨੇ ਇੱਥੇ ਖੂਨ ਖਰਾਬਾ ਦੇਖਿਆ ਇਸਨੇ ਅਸ਼ੋਕ ਨੂੰ ਬਹੁਤ ਦੁਖੀ ਕੀਤਾ ਸੀ ਤੇ ਉਸਨੇ ਬਾਅਦ ਦੇ ਵਿੱਚ ਹਮੇਸ਼ਾ ਦੇ ਲਈ ਯੁੱਧ ਦਾ ਤਿਆਗ ਕਰ ਦਿੱਤਾ ਸੀ ਤੇ ਉਹ ਮਹਾਤਮਾ ਬੁੱਧ ਦਾ ਜਾਂ ਬੁੱਧ ਧਰਮ ਦਾ ਅਨੁਯਾਈ ਬਣ ਗਿਆ ਸੀ। ਹੀ ਵਿਜ਼ਿਟਡ ਪਲੇਸਿਸ ਆਫ ਬੁੱਧਿਸਟ ਪਿਲਗ੍ਰਿਮੇਜ ਸੱਚ ਐਜ਼ ਬੋਧ ਗਿਆ,
सारनाथ एंड लुम्बिनी। तो इस तो बाद उसने बहुत सारिया बुद्ध धर्म नाल संबंधित जिहड़ियां धार्मिक स्थान सी उन्हां दीयां यात्रावां कीतियां सी, जिन्हां चों बोध गया, सारनाथ या लुम्बिनी आदि हन। ही ऑल्सो गॉट थाउजेंड्स ऑफ स्तूपास constructed across the country and sent his missionaries to the foreign lands to preach the message of the Buddha। ਤੇ ਇੱਥੋਂ ਤੱਕ ਕਿ ਇਸ ਤੋਂ ਬਾਅਦ ਉਹਨਾਂ ਨੇ ਸਾਰੇ ਦੇਸ਼ ਦੇ ਵਿੱਚ ਹਜ਼ਾਰਾਂ ਹੀ ਸਤੂਪ ਬਣਵਾਤੇ ਉਹਨਾਂ ਨੇ, ਤੇ ਮਹਾਤਮਾ ਬੁੱਧ ਦੇ ਸੰਦੇਸ਼ ਨੂੰ ਦੂਜੇ ਦੇਸ਼ਾਂ ਤੱਕ ਫੈਲਾਉਣ ਲਈ ਵੀ ਉਹਨੇ ਆਪਣੇ ਦੂਤ ਭੇਜੇ ਸੀ। ਹਿਜ਼ ਸਨ ਮਹਿੰਦਰਾ ਐਂਡ ਡਾਟਰ ਸੰਘਮਿੱਤਰਾ ਵਰ ਸੈਂਟ ਟੂ ਸ਼੍ਰੀਲੰਕਾ ਐਜ਼ ਮਿਸ਼ਨਰੀ। ਤੇ ਉਸਨੇ ਆਪਣੇ ਪੁੱਤਰ ਮਹਿੰਦਰ ਤੇ ਪੁੱਤਰੀ ਸੰਘਮਿੱਤਰਾ ਨੂੰ ਵੀ ਸ਼੍ਰੀਲੰਕਾ ਦੇ ਵਿੱਚ ਬੁੱਧ ਧਰਮ ਦਾ ਪ੍ਰਚਾਰ ਕਰਨ ਦੇ ਲਈ ਭੇਜਿਆ ਸੀ। ਅਸ਼ੋਕਾ ਸਪੈਂਟ ਰੈਸਟ ਆਫ ਹਿਜ਼ ਲਾਈਫ ਫॉर द ਵੈਲਫੇਅਰ ਆਫ ਹਿਜ਼ ਪੀਪਲ ਐਂਡ ਇੰਟਾਇਰ ਹਿਊਮੈਨਿਟੀ। ਤੇ ਇਸ ਤੋਂ ਬਾਅਦ ਅਸ਼ੋਕ ਨੇ ਆਪਣਾ ਸਾਰਾ ਜੀਵਨ ਲੋਕਾਂ ਦੀ ਭਲਾਈ ਵਿੱਚ ਲਗਾ ਦਿੱਤਾ ਸੀ। ਹੀ ਗॉट ਹਿਜ਼ ਮੈਸੇਜ ਆਫ ਪੀਸ ਇਨਗ੍ਰੇਵਡ ਔਨ ਰੌਕਸ ਐਂਡ ਸਟੋਨ ਪਿਲਰਸ ਐਂਡ ਆਸਕਡ ਆਲ ਹਿਜ਼ ਸਬਜੈਕਟਸ ਟੂ ਫੋਲੋ ਦੈਮ। ਤੇ ਇਸ ਤੋਂ ਬਾਅਦ ਉਸਨੇ ਆਪਣੇ ਸੰਦੇਸ਼ ਚਟਾਨਾਂ ਦੇ ਉੱਤੇ ਜਾਂ ਪੱਥਰਾਂ ਦੇ ਸਤੰਭਾਂ ਦੇ ਉੱਤੇ ਵੀ ਖੁਦਵਾ ਦਿੱਤੇ ਸੀ ਤੇ ਲੋਕਾਂ ਨੂੰ ਕਿਹਾ ਸੀ ਕਿ ਉਹ ਉਹਨਾਂ ਦੀ ਆਗਿਆ ਦੀ ਪਾਲਣਾ ਕਰਨ। ਹੀ ਗੇਵ ਅਪ ਹੰਟਿੰਗ ਐਂਡ ਫੋਰਬਿਡ ਕਿਲਿੰਗ ਆਫ ਐਨੀਮਲਸ ਐਂਡ ਬਰਡਸ। ਤੇ ਆਪ ਵੀ ਉਸਨੇ ਸ਼ਿਕਾਰ ਕਰਨਾ ਪੰਛੀਆਂ ਦਾ ਜਾਂ ਜਾਨਵਰਾਂ ਦਾ ਉਹਨੂੰ ਵੀ ਤਿਆਗ ਦਿੱਤਾ ਸੀ। ਹੀ ਬਿਲਡ ਰੋਡਸ, ਰੈਸਟ ਹਾਊਸਿਸ ਫॉर ਟਰੈਵਲਰਸ, ਗॉट ਵੈਲਸ ਡਗ, ਬਿਲਟ ਹਸਪੀਟਲਸ ਫॉर ਮੈਨ ਐਂਡ ਐਨੀਮਲਸ। ਉਸਨੇ ਯਾਤਰੀਆਂ ਦੇ ਲਈ ਸੜਕਾਂ ਬਣਵਾਈਆਂ, ਸਰਾਵਾਂ ਬਣਵਾਈਆਂ ਤੇ ਖੂਹ ਖੁਦਵਾਏ, ਠੀਕ ਹੈ, ਤੇ ਫਿਰ ਮਨੁੱਖਾਂ ਲਈ ਜਾਂ ਪਸ਼ੂਆਂ ਦੇ ਲਈ ਹਸਪੀਟਲਸ ਵੀ ਬਣਵਾਏ। He appointed special officers to look after the welfare of people and preach moral values। ਤੇ ਉਸਨੇ ਬਹੁਤ ਸਾਰੇ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਨਿਯੁਕਤ ਕੀਤਾ ਤੇ ਉਹ ਅਧਿਕਾਰੀ ਲੋਕਾਂ ਦੇ ਵਿੱਚ ਉਸ ਦਾ ਸੰਦੇਸ਼ ਫੈਲਾਉਣ ਦੇ ਵਿੱਚ ਮਦਦ ਕਰਦੇ ਸੀ। He asked everybody to give up violence and to respect elders, to be kind to younger, servants, animals and all living beings। ਤੇ ਉਸਨੇ ਆਪਣੇ ਜਿਹੜੇ ਸੰਦੇਸ਼ ਸੀ, ਆਪਣੀਆਂ ਆਗਿਆਵਾਂ ਸੀ, ਉਹਨਾਂ ਦੇ ਵਿੱਚ ਕਿਹਾ ਸੀ ਕਿ ਸਾਰਿਆਂ ਨੂੰ ਅਹਿੰਸਾ ਦੀ ਪਾਲਣਾ ਕਰਨੀ ਚਾਹੀਦੀ ਆ, ਵੱਡਿਆਂ ਦਾ ਆਦਰ ਕਰਨਾ ਚਾਹੀਦਾ ਆ, ਛੋਟਿਆਂ ਨਾਲ ਪਿਆਰ ਕਰਨਾ ਚਾਹੀਦਾ ਆ, ਸਾਰਿਆਂ ਦੇ ਨਾਲ, ਨੌਕਰਾਂ ਦੇ ਨਾਲ, ਸਾਰੇ ਜੀਵ ਜੰਤੂਆਂ ਦੇ ਨਾਲ ਪਿਆਰ ਕਰਨਾ ਚਾਹੀਦਾ, ਉਹਨਾਂ ਪ੍ਰਤੀ ਦਇਆ ਦੀ ਭਾਵਨਾ ਰੱਖਣੀ ਚਾਹੀਦੀ ਆ। ਹੀ ਆਲਸੋ ਟੌਟ ਟੋਲਰੈਂਸ ਟੂਵਰਡਸ ਆਲ ਦ ਰਿਲੀਜਨ ਐਂਡ ਚੈਰਿਟੀ ਫॉर द ਪੂਅਰ। ਤੇ ਉਸਨੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਦਾ ਪਾਠ ਪੜ੍ਹਾਇਆ ਸੀ ਤੇ ਗਰੀਬ ਲੋਕਾਂ ਨੂੰ ਦਾਨ ਦੇਣ ਲਈ ਵੀ ਕਿਹਾ ਸੀ। ਥੀਸ ਟੀਚਿੰਗਸ ਆਰ ਨੋਨ ਐਜ਼ ਧੰਮਾਸ ਆਫ ਅਸ਼ੋਕਾ। ਤੇ ਇਸ ਨੂੰ ਹੀ ਅਸ਼ੋਕ ਦਾ ਧੰਮ ਜਾਂ ਧਰਮ ਕਿਹਾ ਜਾਂਦਾ ਹੈ। ਵਾਈ ਡਿਡ ਅਸ਼ੋਕਾ ਗੇਵ ਅਪ ਦ ਵਾਰ ਫੋਰਐਵਰ ਆਫਟਰ ਦ ਵਾਰ ਆਫ ਕਲਿੰਗਾ। ਹਾਂਜੀ, ਕਲਿੰਗਾ ਦੇ ਯੁੱਧ ਤੋਂ ਬਾਅਦ ਅਸ਼ੋਕ ਨੇ ਯੁੱਧ ਕਰਨਾ ਕਿਉਂ ਬੰਦ ਕਰ ਦਿੱਤਾ ਸੀ? ਆਪਾਂ ਉੱਪਰ ਪੜ੍ਹ ਕੇ ਹੀ ਆਏ ਹਾਂ, ਤੁਹਾਨੂੰ ਪਤਾ ਹੀ ਇਹਦਾ ਆਨਸਰ ਹੁਣ, ਹੈ ਨਾ। ਅਸ਼ੋਕਾ ਡਾਈਡ ਇਨ 232 BC। The Mauryan Empire broke up soon after his death because his successors were weak and incompetent। ਹਾਂਜੀ, ਅਸ਼ੋਕ ਦੀ ਮੌਤ 232 BC ਵਿੱਚ ਹੋ ਗਈ ਸੀ ਤੇ ਉਸ ਤੋਂ ਬਾਅਦ ਮੌਰੀਅਨ ਐਮਪਾਇਰ ਜਿਹੜਾ ਸੀ ਉਹਦੀ ਮੌਤ ਤੋਂ ਬਾਅਦ ਖਤਮ ਹੋਣ ਲੱਗ ਗਿਆ ਸੀ, ਕਿਉਂਕਿ ਜਿਹੜੇ ਉਸਦੇ ਅੱਗੇ ਸਕਸੈਸਰ ਸੀਗੇ, ਉਹਦੇ ਉੱਤਰਾਧਿਕਾਰੀ ਸੀਗੇ, ਉਹ ਉਨੇ ਯੋਗ ਨਹੀਂ ਸੀਗੇ, ਠੀਕ ਹੈ। ਦ ਲਾਸਟ ਮੌਰੀਅਨ ਰੂਲਰ ਬ੍ਰਹਦਰਥ was killed by his commander in chief ਪੁਸ਼ਯਮਿੱਤਰ ਸ਼ੁੰਗਾ। ਤੇ ਜਿਹੜਾ ਉਹਦਾ ਲਾਸਟ ਉੱਤਰਾਧਿਕਾਰੀ ਸੀ ਬ੍ਰਹਦਰਥ, ਉਸ ਨੂੰ ਉਸਦੇ ਸੈਨਾਪਤੀ ਪੁਸ਼ਯਮਿੱਤਰ ਸ਼ੁੰਗ ਨੇ ਹੀ ਮਾਰ ਦਿੱਤਾ ਸੀ। ਵੀ ਸ਼ੈਲ ਟਾਕ ਅਬਾਊਟ ਦ ਸ਼ੁੰਗਸ ਸ਼ਾਰਟਲੀ। ਤੇ ਆਪਾਂ ਅੱਗੇ ਸ਼ੁੰਗਸ ਦੇ ਬਾਰੇ ਵੀ ਪੜਾਂਗੇ। ਹਾਂਜੀ, ਨੈਕਸਟ ਇਜ਼ ਮੌਰੀਅਨ ਐਡਮਿਨਿਸਟ੍ਰੇਸ਼ਨ। ਮੌਰੀਆ ਦਾ ਰਾਜ ਪ੍ਰਬੰਧ। ਫਰੋਮ ਦ ਅਰਥ ਸ਼ਾਸਤਰ ਆਫ ਕੌਟਿਲਿਆ ਐਂਡ ਦ ਇੰਡਿਕਾ ਆਫ ਮੈਗਸਨੀਜ਼ ਵੀ ਗੈਟ ਡਿਟੇਲਸ ਆਫ ਮੌਰੀਅਨ ਐਡਮਿਨਿਸਟ੍ਰੇਸ਼ਨ। ਸਾਨੂੰ ਕੌਟਿਲਿਆ ਦੇ ਅਰਥ ਸ਼ਾਸਤਰ ਤੇ ਮੈਗਸਨੀਜ਼ ਦੀ ਇੰਡਿਕਾ ਤੋਂ ਮੌਰੀਅਨ ਸਾਮਰਾਜ ਦੇ ਸ਼ਾਸਨ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ। ਦ ਕਿੰਗ ਵਾਜ਼ ਦ ਹੈਡ ਆਫ ਦ ਸਟੇਟ ਐਂਡ ਵੈਰੀ ਪਾਵਰਫੁਲ। ਤੇ ਰਾਜਾ ਜਿਹੜਾ ਹੁੰਦਾ ਸੀ ਉਹ ਸਟੇਟ ਦਾ ਮੁਖੀ ਹੁੰਦਾ ਸੀ ਤੇ ਬਹੁਤ ਤਾਕਤਵਰ ਹੁੰਦਾ ਸੀ। ਹੀ ਲੈਡ ਹਿਜ਼ ਆਰਮੀ ਇਨ ਵਾਰ, imparted justice, looked after the welfare of his people and levied taxes। ਉਹ ਆਪਣੀ ਸੈਨਾ ਦੀ ਅਗਵਾਈ ਕਰਦਾ ਸੀ, ਨਿਆਂ ਦਿੰਦਾ ਸੀ, ਲੋਕ ਭਲਾਈ ਦੇ ਕੰਮਾਂ ਦੀ ਨਿਗਰਾਨੀ ਕਰਦਾ ਸੀ, ਉਹਨਾਂ ਦੇ ਉੱਤੇ ਟੈਕਸ ਵੀ ਲਗਾਉਂਦਾ ਸੀ। ਹੀ ਹੈਡ ਕਾਉਂਸਲ ਆਫ ਮਿਨਿਸਟਰਸ ਟੂ ਹੈਲਪ ਹਿਮ। ਤੇ ਉਸ ਦੀ ਆਪਣੀ ਮਦਦ ਦੇ ਲਈ ਬਹੁਤ ਸਾਰੇ ਮੰਤਰੀ ਜਾਂ ਅਧਿਕਾਰੀ ਹੁੰਦੇ ਸੀ। ਦ ਮਿਨਿਸਟਰਸ ਵਰ ਨੋਨ ਐਜ਼ ਮੰਤਰੀਜ਼ ਔਰ ਅਮਾਤਿਆਜ਼। ਜਿਹੜੇ ਮਿਨਿਸਟਰਸ ਹੁੰਦੇ ਉਹਨਾਂ ਨੂੰ ਹੀ ਮੰਤਰੀ ਜਾਂ ਅਮਾਤਿਆ ਕਿਹਾ ਜਾਂਦਾ ਸੀ। ਦੇ ਵਰ ਅਦਰ ਹਾਈ ਆਫਿਸਰਸ ਲਾਈਕ ਦ ਕਰਾਊਨ ਪ੍ਰਿੰਸ, ਟ੍ਰੈਜਰਰ, ਕਲੈਕਟਰ ਜਨਰਲ ਆਫ ਟੈਕਸਿਸ, accountant general and several directors of separate departments like forest, mines,
ਫੋਰਨ ਟਰੈਵਲਰਸ ਐਟਸੈਟਰਾ। ਤੇ ਇਸ ਤੋਂ ਇਲਾਵਾ ਉਸ ਦੀ ਸਹਾਇਤਾ ਦੇ ਲਈ ਇੱਕ ਮੰਤਰੀ ਪਰਿਸ਼ਦ ਵੀ ਹੁੰਦੀ ਸੀ। ਕਈ ਹੋਰ ਵੱਡੇ ਅਫਸਰ ਹੁੰਦੇ ਸੀ, ਜਿਸ ਤਰ੍ਹਾਂ ਯੁਵਰਾਜ, ਮੁੱਖ ਖਜ਼ਾਨਚੀ, ਕਰ ਇਕੱਠੇ ਕਰਨ ਵਾਲਾ ਤੇ ਅਕਾਊਂਟਸ ਦਾ ਕੰਮ ਦੇਖਣ ਵਾਲਾ, ਜਾਂ ਹੋਰ ਕਈ ਅਧਿਕਾਰੀ ਅਲੱਗ-ਅਲੱਗ ਹੁੰਦੇ ਸੀ, ਜਿਨ੍ਹਾਂ ਵਿੱਚੋਂ ਕਿਸੇ ਦਾ ਕੰਮ ਜੰਗਲਾਂ ਦੀ ਦੇਖਭਾਲ ਕਰਨੀ ਸੀ, ਖਾਣਾ ਦੀ ਦੇਖਭਾਲ ਜਾਂ ਵਿਦੇਸ਼ੀ ਯਾਤਰੀਆਂ ਦਾ ਪਤਾ ਲਗਾਉਣਾ। ਇਹ ਸਾਰੇ ਵੀ ਅਧਿਕਾਰੀ ਨਿਯੁਕਤ ਹੁੰਦੇ ਸੀ। ਸਟੱਡੀ ਦ ਅਬਵ ਪੋਰਸ਼ਨ ਐਂਡ ਕਲੈਕਟ ਇਨਫੋਰਮੇਸ਼ਨ ਵਾਟ ਦ ਕਿੰਗਸ ਵਰ ਯੂਜ਼ਡ ਟੂ ਡੂ ਇਨ ਦੀਜ਼ ਡੇਜ਼। ਤੇ ਉੱਪਰਲੇ ਪੋਰਸ਼ਨ ਨੂੰ ਪੜ੍ਹੋ ਤੇ ਪੜ੍ਹ ਕੇ ਜਾਣਕਾਰੀ ਇਕੱਠੀ ਕਰੋ ਕਿ ਰਾਜਾ ਕੀ ਕੁਛ ਕਰਦਾ ਸੀ ਉਹਨਾਂ ਦਿਨਾਂ ਦੇ ਵਿੱਚ। The empire was divided in provinces and generally royal princes were appointed their governors। ਤੇ ਉਸ ਟਾਈਮ ਜਿਹੜਾ ਸਾਮਰਾਜ ਹੁੰਦਾ ਸੀ ਉਹਨੂੰ ਪ੍ਰਾਂਤਾਂ ਦੇ ਵਿੱਚ ਵੰਡਿਆ ਗਿਆ ਸੀ ਤੇ ਆਮ ਤੌਰ ਤੇ ਜਿਹੜੇ ਰਾਜਕੁਮਾਰ ਹੁੰਦੇ ਸੀ ਉਹਨਾਂ ਨੂੰ ਹੀ ਪ੍ਰਾਂਤਾਂ ਦਾ ਗਵਰਨਰ ਬਣਾਇਆ ਜਾਂਦਾ ਸੀ। There were several officers like Rajuka, Mahamatra, Yukuta etc. in provinces। ਤੇ ਪ੍ਰੋਵਿੰਸਿਸ ਦੇ ਵਿੱਚ ਰਾਜੁਕ, ਮਹਾਮਤਰਾ ਤੇ ਯੁਕਤ ਜਿਹੜੇ ਹੁੰਦੇ ਸੀ ਉਹ ਆਫਿਸਰਸ ਹੁੰਦੇ ਸੀ। ਦ ਮੌਰੀਅਨ ਆਰਮੀ ਵਾਜ਼ ਵੈਰੀ ਸਟਰੋਂਗ ਐਂਡ ਕੰਪਰਾਈਜ਼ਡ ਆਫ ਇਨਫੈਂਟਰੀ, ਹਾਰਸਿਸ, ਐਲੀਫੈਂਟਸ ਐਂਡ ਚੈਰੀਅਟਸ। ਤੇ ਜਿਹੜੀ ਮੌਰੀਆ ਸੈਨਾ ਸੀ ਉਹਨਾਂ ਦੇ ਵਿੱਚੋਂ ਪੈਦਲ ਸੈਨਾ ਵੀ ਹੁੰਦੀ ਸੀ, ਘੋੜੇ ਵੀ ਹੁੰਦੇ ਸੀ, ਹਾਥੀ ਵੀ ਹੁੰਦੇ ਸੀ ਤੇ ਰੱਥ ਵੀ ਸ਼ਾਮਿਲ ਹੁੰਦੇ ਸੀ। ਇਟ ਹੈਡ ਨੇਵਲ ਫੋਰਸ ਆਲਸੋ। ਤੇ ਇਹਨਾਂ ਦੇ ਕੋਲ ਨੇਵੀ ਸੈਨਾ ਵੀ ਹੁੰਦੀ ਸੀ। ਲਾਈਕ ਆਰਮੀ ਆਫ ਦ ਸਪਾਈ ਸਿਸਟਮ ਆਫ ਦ ਮੌਰੀਆਸ ਵਾਜ਼ ਆਲਸੋ ਵੈਰੀ ਸਟਰੋਂਗ। ਤੇ ਮੌਰੀਆ ਦਾ ਜਾਸੂਸੀ ਵਿਭਾਗ ਵੀ ਬਹੁਤ ਤਾਕਤਵਰ ਹੁੰਦਾ ਸੀ। ਸਪਾਈਜ਼ ਵਰ ਸੈਂਟ ਟੂ ਗੈਟ ਦ ਨਿਊਜ਼ ਆਫ ਐਨੀਮੀਜ਼ ਐਂਡ ਆਲ ਕੀਪ ਐਨ ਆਈ ਔਨ ਪੀਪਲਸ ਐਕਟੀਵਿਟੀਜ਼। ਇਹ ਜਾਸੂਸ ਨਿਯੁਕਤ ਕੀਤੇ ਜਾਂਦੇ ਸੀ ਤਾਂ ਕਿ ਉਹ ਦੁਸ਼ਮਣਾਂ ਬਾਰੇ ਜਾਣਕਾਰੀ ਇਕੱਠੀ ਕਰਨ ਤੇ ਲੋਕਾਂ ਦੇ ਕੰਮਾਂ ਉੱਤੇ ਨਜ਼ਰ ਰੱਖਣ। ਨੈਕਸਟ ਆ ਗਿਆ ਸੋਸ਼ਲ ਐਂਡ ਇਕਨੋਮਿਕ ਕੰਡੀਸ਼ਨ। ਹਾਂਜੀ, ਸਮਾਜਿਕ ਤੇ ਆਰਥਿਕ ਸਥਿਤੀ ਕਿਸ ਤਰ੍ਹਾਂ ਦੀ ਸੀ। The society continued to be the same as it was in the time of the Mahajanpadas, about which you have read in the previous chapter। ਤੇ ਜਿਹੜਾ ਸਮਾਜ ਹੁੰਦਾ ਸੀ ਲਗਭਗ ਉਸੇ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਆਪਾਂ ਪਿਛਲੇ ਚੈਪਟਰ ਦੇ ਵਿੱਚ ਪੜ੍ਹਿਆ ਹੈ, ਜੋ ਕਿ ਮਹਾਜਨਪਦ ਕਾਲ ਦੇ ਵਿੱਚ ਹੁੰਦਾ ਸੀ। ਮੈਗਸਨੀਜ਼ ਟੈਲਸ ਅਸ ਦੈਟ ਦੇਰ ਵਰ ਪੀਪਲ ਫੋਲੋਇੰਗ ਸੈਵਰਲ ਪ੍ਰੋਫੈਸ਼ਨਸ। ਤੇ ਮੈਗਸਨੀਜ਼ ਦੱਸਦਾ ਹੈ ਕਿ ਉਸ ਸਮੇਂ ਲੋਕਾਂ ਨੇ ਬਹੁਤ ਸਾਰੇ ਕਿੱਤੇ ਅਪਣਾਏ ਹੁੰਦੇ ਸੀ। ਅ ਲਾਰਜ ਨੰਬਰ ਆਫ ਫੋਰਨਰਸ ਕੇਮ ਟੂ ਪਾਟਲੀਪੁੱਤਰਾ, ਟੈਕਸਿਲਾ, ਪਾਟਲੀਪੁੱਤਰਾ ਐਂਡ ਵਾਰਾਣਸੀ ਵਰ ਗ੍ਰੇਟ ਸੈਂਟਰਸ ਆਫ ਲਰਨਿੰਗ। ਤੇ ਬਹੁਤ ਸਾਰੀ ਗਿਣਤੀ ਦੇ ਵਿੱਚ ਜਿਹੜੇ ਵਿਦੇਸ਼ੀ ਸੀ ਉਹ ਪਾਟਲੀਪੁੱਤਰ ਜਾਂ ਟੈਕਸਲਾ ਦੇ ਵਿੱਚ ਆਉਂਦੇ ਹੁੰਦੇ ਸੀ ਤੇ ਪਾਟਲੀਪੁੱਤਰ ਤੇ ਵਾਰਾਣਸੀ ਉਸ ਸਮੇਂ ਅਧਿਐਨ ਦੇ ਕੇਂਦਰ ਹੁੰਦੇ ਸੀ। ਦ ਵਿਮਨ ਇੰਜੋਇਡ ਅ ਲੋਟ ਆਫ ਫਰੀਡਮ। ਤੇ ਇਸਤਰੀਆਂ ਨੂੰ ਬਹੁਤ ਜ਼ਿਆਦਾ ਆਜ਼ਾਦੀ ਹੁੰਦੀ ਸੀ। ਪੀਪਲ ਆਫ ਡਿਫਰੈਂਟ ਰਿਲੀਜਨ ਲਿਵਡ ਟੂਗੈਦਰ ਐਂਡ ਰਿਸਪੈਕਟਡ ਈਚ ਅਦਰ। ਤੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਸੀ ਤੇ ਇੱਕ ਦੂਜੇ ਦਾ ਸਤਿਕਾਰ ਕਰਦੇ ਹੁੰਦੇ ਸੀ। ਫॉर द मैनेजमेंट ऑफ द स्टेट टैक्सेस वर लीवाइब्ड। ਤੇ ਸ਼ਾਸਨ ਪ੍ਰਬੰਧ ਨੂੰ ਸਹੀ ਰੂਪ 'ਚ ਚਲਾਉਣ ਦੇ ਲਈ ਕਰ ਵੀ ਲਗਾਏ ਜਾਂਦੇ ਸੀ। ਦ ਲੈਂਡ ਰੈਵਨਿਊ ਔਨ ਐਗਰੀਕਲਚਰ ਵਾਜ਼ ਜਨਰਲੀ 1.6 ਆਫ ਦ ਪ੍ਰੋਡਿਊਸ। ਤੇ ਕਰ ਜਿਹੜਾ ਸੀ ਉਹ ਆਮ ਤੌਰ ਤੇ ਉਪਜ ਦਾ 1/6 ਹਿੱਸਾ ਹੁੰਦਾ ਸੀ। ਦੇयर ਵਾਜ਼ ਟੈਕਸ ਔਨ ਇਰੀਗੇਸ਼ਨ, ਫੋਰੈਸਟ, ਮਾਈਨਸ, ਕਸਟਮਸ, ਟ੍ਰੇਡ ਐਂਡ ਮੈਨੂਫੈਕਚਰ ਆਫ ਗੁੱਡਸ। ਤੇ ਇਸ ਤੋਂ ਇਲਾਵਾ ਹੋਰ ਕਈ ਵੀ ਟੈਕਸ ਹੁੰਦੇ ਸੀ ਜਿਹੜੇ ਕਿ ਸਿੰਚਾਈ ਤੇ, ਜੰਗਲਾਂ ਤੇ, ਖਣਿਜਾਂ ਤੇ, ਆਯਾਤ ਨਿਰਯਾਤ ਤੇ ਲਗਾਏ ਜਾਂਦੇ ਸੀ। The money collected was spent on the salaries of both civil and army officers, welfare of people and for laying of roads। ਤੇ ਜਿਹੜਾ ਪੈਸਾ ਕਰਾਂ ਦੇ ਰੂਪ ਦੇ ਵਿੱਚ ਇਕੱਠਾ ਹੁੰਦਾ ਸੀ ਉਸ ਦੇ ਨਾਲ ਹੀ ਸੈਨਿਕਾਂ ਨੂੰ ਜਾਂ ਅਫਸਰਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਸੀ, ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਸੀ, ਸੜਕਾਂ ਬਣਾਈਆਂ ਜਾਂਦੀਆਂ ਸੀ ਤੇ ਇਹਨਾਂ ਸਾਰੇ ਕੰਮਾਂ ਦੇ ਉੱਪਰ ਉਹ ਪੈਸਾ ਖਰਚ ਕੀਤਾ ਜਾਂਦਾ ਸੀ। ਇਰੀਗੇਸ਼ਨ ਪ੍ਰੋਜੈਕਟਸ ਐਂਡ ਅਦਰ ਸੱਚ ਐਕਟੀਵਿਟੀਜ਼। ਤੇ ਨਾਲ ਹੀ ਜਿਹੜੇ ਸਿੰਚਾਈ ਪ੍ਰੋਜੈਕਟ ਸੀ ਉਹਨਾਂ ਉੱਤੇ ਵੀ ਪੈਸਾ ਖਰਚ ਕੀਤਾ ਜਾਂਦਾ ਸੀ। ਚੰਦਰਗੁਪਤ ਮੌਰੀਆ ਕੰਸਟਰਕਟਡ ਅ ਬਿਗ ਲੇਕ ਨੇਮਡ ਸੁਦਰਸ਼ਨਾ ਇਨ ਗੁਜਰਾਤ ਫॉर ਇਰੀਗੇਸ਼ਨ ਐਂਡ ਵਾਟਰ ਸਪਲਾਈ। ਤੇ ਚੰਦਰਗੁਪਤ ਮੌਰੀਆ ਨੇ ਸੁਦਰਸ਼ਨ ਨਾਮ ਦੀ ਝੀਲ ਗੁਜਰਾਤ ਦੇ ਵਿੱਚ ਬਣਵਾਈ ਸੀ ਜਿਸ ਦੇ ਨਾਲ ਸਿੰਚਾਈ ਹੁੰਦੀ ਸੀ ਤੇ ਪਾਣੀ ਦੀ ਸਪਲਾਈ ਹੁੰਦੀ ਸੀ। ਆਰਟ ਐਂਡ ਆਰਕੀਟੈਕਚਰ, ਕਲਾ ਅਤੇ ਭਵਨ ਨਿਰਮਾਣ ਕਲਾ। ਦ ਮੌਰੀਆਜ਼ ਰੂਲਰਸ ਵਰ ਲਵਰਸ ਆਫ ਆਰਟ। ਜਿਹੜੇ ਮੌਰੀਆ ਰੂਲਰ ਸੀਗੇ ਉਹ ਕਲਾ ਨਾਲ ਬਹੁਤ ਪਿਆਰ ਕਰਦੇ ਸੀ। ਚੰਦਰਗੁਪਤ ਮੌਰੀਆ ਬਿਲਟ ਆ ਮੈਗਨੀਫਿਸ਼ੈਂਟ ਪੈਲੇਸ ਵਿਚ ਇਜ਼ ਡਿਸਕ੍ਰਾਈਬਡ ਐਜ਼ ਦ ਮੋਸਟ ਬਿਊਟੀਫੁਲ ਬਾਏ ਮੈਗਸਨੀਜ਼। ਤੇ ਚੰਦਰਗੁਪਤ ਮੌਰੀਆ ਨੇ ਇੱਕ ਮਹਿਲ ਬਣਵਾਇਆ ਸੀ ਜੋ ਕਿ ਬਹੁਤ ਸੁੰਦਰ ਸੀ ਤੇ ਮੈਗਸਥਨੀਜ਼ ਨੇ ਆਪਣੀ ਬੁੱਕ ਦੇ ਵਿੱਚ ਵੀ ਇਹਦਾ ਵਰਣਨ ਕੀਤਾ ਹੈ। ਅਸ਼ੋਕਾ ਗੋਟ ਅ ਲਾਰਜ ਨੰਬਰ ਆਫ ਸਤੂਪਾਸ ਬਿਲਟ। ਤੇ ਅਸ਼ੋਕ ਨੇ ਬਹੁਤ ਸਾਰੇ ਸਤੂਪਾਂ ਦਾ ਨਿਰਮਾਣ ਕਰਵਾਇਆ ਸੀ। ਦ ਸਤੂਪਾ ਆਫ ਸਾਂਚੀ ਇਨ ਮੱਧ ਪ੍ਰਦੇਸ਼ ਇਜ਼ ਵੈਰੀ ਫੇਮਸ। ਤੇ ਸਾਂਚੀ ਦੇ ਸਤੂਪ ਜਿਹੜੇ ਕਿ ਮੱਧ ਪ੍ਰਦੇਸ਼ 'ਚ ਬਹੁਤ ਪ੍ਰਸਿੱਧ ਹਨ। ਹਾਂਜੀ, ਆਹ ਪਿਕਚਰਸ ਦਿੱਤੀਆਂ ਹੋਈਆਂ ਉੱਪਰ
the stupa of Sanchi. He also got some caves with beautiful designs made in the hills of Barabar and Nagarjuni in Bihar and donated them to religious monks। ਤੇ ਇਸ ਤੋਂ ਇਲਾਵਾ ਅਸ਼ੋਕ ਨੇ ਨਾਗਾਰਜੁਨੀ ਤੇ ਬਾਰਾਵਰ ਦੇ ਪਹਾੜਾਂ ਦੇ ਵਿੱਚ ਵੀ ਗੁਫਾਵਾਂ ਬਣਾਈਆਂ ਸੀ, ਠੀਕ ਹੈ, ਤੇ ਉਹਨਾਂ ਨੂੰ ਮੌਂਕਸ ਨੂੰ ਡੋਨੇਟ ਕਰ ਦਿੱਤਾ ਸੀ। ਨੈਕਸਟ ਆ ਦੇਖੋ ਪਿਕਚਰ ਬਾਰਾਬਰਸ ਕੇਵਸ ਦੀ। ਤੇ ਨੈਕਸਟ ਹੈਗੀ ਆ ਅਸ਼ੋਕਾਸ ਪਿਲਰ। ਬੈਸਟ ਪੀਸਿਸ ਆਫ ਅਸ਼ੋਕਾਸ ਆਰਟ ਵਰ ਹਿਊਜ ਸਟੋਨ ਪਿਲਰਸ। Some of them were 34 feet high, made of sandstone from ਚੁਨਾਰ। ਤੇ ਉਹਨਾਂ ਦੇ ਵਿੱਚੋਂ ਅਸ਼ੋਕ ਦੇ ਬਣਾਏ ਹੋਏ ਚੁਨਾਰ ਦੇ ਪੱਥਰ ਦੇ ਬਣੇ ਜਿਹੜੇ ਸਤੰਭ ਆ ਅਸ਼ੋਕ ਦੇ, ਉਹ ਬਹੁਤ ਸੁੰਦਰ ਨਮੂਨਾ ਹੈਗਾ। ਉਹਨਾਂ ਵਿੱਚੋਂ ਕਈ 34 ਫੁੱਟ ਉੱਚੇ ਵੀ ਹੈਗੇ ਆ, ਠੀਕ ਹੈ, ਜਿਹੜੇ ਕਿ ਚੁਨਾਰ ਦੇ ਪੱਥਰ ਦੇ ਨਾਲ ਬਣੇ ਹੋਏ ਆ। They have a very fine polish on them which shines like a mirror। ਤੇ ਉਹਨਾਂ 'ਤੇ ਬਹੁਤ ਵਧੀਆ ਕੁਆਲਿਟੀ ਦੀ ਪੋਲਿਸ਼ ਹੋਈ ਆ ਜੋ ਕਿ ਸ਼ੀਸ਼ੇ ਦੀ ਤਰ੍ਹਾਂ ਚਮਕਦੀ ਹੈ। These pillars had sculpture of animals like bull, elephant, lion on the top। ਤੇ ਇਹਨਾਂ ਪਿਲਰਸ ਦੇ ਉੱਪਰ ਐਨੀਮਲਸ ਦੇ ਜਿਨ੍ਹਾਂ ਵਿੱਚੋਂ ਬੁੱਲ ਜਾਂ ਐਲੀਫੈਂਟ ਹੈਗੇ, ਲਾਇਨ, ਉਹਨਾਂ ਦੀਆਂ ਜਿਹੜੇ ਪਿਕਚਰਸ ਬਣੀਆਂ ਹੋਈਆਂ। One such sculpture of 4 lions seated back to back was on the top of the pillar at Sarnath। ਤੇ ਇਹਨਾਂ ਦੇ ਵਿੱਚੋਂ ਇੱਕ ਅਜਿਹੀ ਮੂਰਤੀ ਜਿਨ੍ਹਾਂ ਦੇ ਵਿੱਚ 4 ਸ਼ੇਰ ਇੱਕ ਦੂਸਰੇ ਵੱਲ ਪਿੱਠ ਕਰਕੇ ਬੈਠੇ ਹੋਏ ਆ, ਉਹ ਸਾਨੂੰ ਸਾਰਨਾਥ ਤੋਂ ਪ੍ਰਾਪਤ ਹੋਈ ਆ। ਇਟ ਇਜ਼ ਆਵਰ ਨੈਸ਼ਨਲ ਐਂਬਲਮ ਨਾਓ, ਜੋ ਕਿ ਸਾਡਾ ਰਾਸ਼ਟਰੀ ਚਿੰਨ੍ਹ ਬਣ ਚੁੱਕੀ ਆ। ਅਸ਼ੋਕਾਸ edicts were engraved on these pillars। Besides these, some beautiful sculptures of yakshas and yakshis, semi-divine gods, were also made। ਤੇ ਇਹਨਾਂ ਦੇ ਉੱਪਰ ਅਸ਼ੋਕ ਦੇ ਸੰਦੇਸ਼ ਜਿਹੜੇ ਆ ਉਹ ਖੁਦਵਾਏ ਗਏ ਆ। ਤੇ ਇਸ ਤੋਂ ਇਲਾਵਾ ਯਕਸ਼ ਤੇ ਯਕਸ਼ਣੀਆਂ ਦੀਆਂ ਵੀ ਖੂਬਸੂਰਤ ਮੂਰਤੀਆਂ ਬਣਵਾਈਆਂ ਗਈਆਂ ਸੀ। One yakshvi picture carrying a chauri fly whisk from Didarganj near Patna is very famous। ਤੇ ਪਟਨਾ ਦੇ ਨੇੜੇ ਦੀਦਾਰਗੰਜ ਤੋਂ ਇੱਕ ਪ੍ਰਾਪਤ ਹੋਈ ਹੈ ਜੋ ਕਿ ਯਕਸ਼ਣੀ ਦੀ ਮੂਰਤੀ ਆ, ਉਹਨੇ ਮੋਢੇ ਦੇ ਉੱਪਰ ਇੱਕ ਚੌੜੀ ਚੁੱਕੀ ਹੋਈ ਆ, ਉਹ ਬਹੁਤ ਪ੍ਰਸਿੱਧ ਹੈਗੀ ਆ। ਹਾਂਜੀ, ਇਹ ਆਪਣਾ ਨੈਸ਼ਨਲ ਐਂਬਲਮ। ਦ ਕੈਪੀਟਲ ਆਫ ਅਸ਼ੋਕਾਸ ਪਿਲਰ ਐਟ ਸਾਰਨਾਥ ਹੈਜ਼ ਬੀਨ ਅਡੋਪਟਡ ਐਜ਼ ਇੰਡੀਆਜ਼ ਨੈਸ਼ਨਲ ਐਂਬਲਮ, ਠੀਕ ਹੈ। ਸਾਰਨਾਥ ਦੇ ਵਿੱਚੋਂ ਜਿਹੜਾ ਅਸ਼ੋਕ ਸਤੰਭ ਦਾ ਉੱਪਰਲਾ ਭਾਗ ਆ ਉਹ ਦਿਖਾਇਆ ਗਿਆ ਪਿਕਚਰ 'ਚ, ਜਿਹੜਾ ਕਿ ਹੁਣ ਆਪਣਾ ਨੈਸ਼ਨਲ ਐਂਬਲਮ ਹੈਗਾ। ਨੈਕਸਟ ਆ ਗਿਆ ਡਿਕਲਾਈਨ ਆਫ ਦ ਮੌਰੀਆਸ। ਆਫਟਰ ਦ ਡੈਥ ਆਫ ਅਸ਼ੋਕਾ ਦ ਮੌਰੀਅਨ ਇੰਪਾਇਰ ਬਿਗਨ ਟੂ ਬ੍ਰੇਕ ਅਪ। ਅਸ਼ੋਕ ਦੀ ਮੌਤ ਤੋਂ ਬਾਅਦ ਜਿਹੜਾ ਮੌਰੀਆ ਸਾਮਰਾਜ ਸੀ ਉਹ ਛੋਟੇ ਛੋਟੇ ਹਿੱਸਿਆਂ ਵਿੱਚ ਵੰਡਿਆ ਗਿਆ। ਦੇਰ ਵਰ ਮੈਨੀ ਰੀਜ਼ਨਸ ਵਾਈ ਦ ਮੌਰੀਅਨ ਇੰਪਾਇਰ ਬ੍ਰੋਕ ਅਪ। ਤੇ ਬਹੁਤ ਸਾਰੇ ਕਾਰਨ ਆ ਜਿਨ੍ਹਾਂ ਕਰਕੇ ਮੌਰੀਅਨ ਇੰਪਾਇਰ ਵੰਡਿਆ ਗਿਆ ਸੀ। One was that the successors of Ashoka were weak and could not control the empire properly। ਇੱਕ ਕਾਰਨ ਇਹ ਸੀ ਕਿ ਜਿਹੜੇ ਅਸ਼ੋਕ ਦੇ ਉੱਤਰਾਧਿਕਾਰੀ ਸੀ ਉਹ ਕਮਜ਼ੋਰ ਸੀ, ਅਯੋਗ ਸਨ, ਠੀਕ ਹੈ, ਤੇ ਉਹ ਆਪਣੇ ਸਾਮਰਾਜ ਨੂੰ ਪੂਰੀ ਤਰ੍ਹਾਂ ਕੰਟਰੋਲ ਨਹੀਂ ਕਰ ਸਕੇ ਸੀ। Another was the network of roads was neglected। ਦੂਸਰਾ ਕਾਰਨ ਇਹ ਸੀ ਕਿ ਉਹ ਆਪਣੇ ਰਾਜ ਦੇ ਵਿੱਚ ਸੜਕਾਂ ਦਾ ਜਾਲ ਨਹੀਂ ਵਿਛਾ ਸਕੇ ਸੀ। This disrupted trade and contact between regions। ਤੇ ਇਸੇ ਕਰਕੇ ਪ੍ਰਾਂਤਾਂ ਦੇ ਵਿਚਕਾਰ ਜਿਹੜਾ ਵਪਾਰ ਹੁੰਦਾ ਸੀ ਜਾਂ ਆਪਸੀ ਸੰਬੰਧ ਹੁੰਦੇ ਸੀ ਉਹ ਵੀ ਖਤਮ ਹੋ ਗਏ। ਦ ਲਾਰਜ ਆਰਮੀ ਕੁਡ ਨਾਟ ਮੇਨਟੇਨ ਵਿਦਾਊਟ ਦ ਰੈਗੂਲਰ ਫਲੋ ਆਫ ਦ ਰੈਵਨਿਊ। ਤੇ ਸਰਕਾਰੀ ਆਮਦਨ ਉਹਦੀ ਕਮੀ ਹੋ ਗਈ ਸੀ ਤੇ ਵੱਡੀ ਸੈਨਾ ਦਾ ਪ੍ਰਬੰਧ ਚਲਾਉਣਾ ਵੀ ਔਖਾ ਹੋ ਗਿਆ ਸੀ। ਅਨਦਰ ਵਾਜ਼ ਦ ਆਫਿਸਰਸ ਬਿਕੇਮ ਕਰਪਟ ਐਂਡ ਆਟੋਕ੍ਰੈਟਿਕ। ਤੇ ਇੱਕ ਗੱਲ ਇਹ ਵੀ ਸੀ, ਇੱਕ ਕਾਰਨ ਇਹ ਵੀ ਸੀ ਕਿ ਉਸ ਸਮੇਂ ਜਿਹੜੇ ਅਧਿਕਾਰੀ ਸੀਗੇ ਉਹ ਭ੍ਰਿਸ਼ਟਾਚਾਰੀ ਹੋ ਗਏ ਸੀ ਤੇ ਖੁਦ ਮੁਖਤਿਆਰ ਹੋ ਗਏ ਸੀ। Thus the entire system of administration began to collapse in 184 BC। Brihadratha, the last Mauryan ruler, was murdered by Pushyamitra Shunga and the Mauryan dynasty came to an end। ਤੇ ਚੌਥਾ ਕਾਰਨ ਇਹ ਸੀ ਕਿ ਮੌਰੀਆ ਵੰਸ਼ ਦਾ ਜਿਹੜਾ ਆਖਰੀ ਸ਼ਾਸਕ ਸੀ ਬ੍ਰਿਹਦਰਥ, ਉਹਨੂੰ 184 ਈਸਵੀ ਪੂਰਵ ਦੇ ਵਿੱਚ ਪੁਸ਼ਯਮਿੱਤਰ ਸ਼ੁੰਗ ਨੇ ਮਾਰ ਦਿੱਤਾ ਸੀ ਤੇ ਇਹਦੇ ਨਾਲ ਹੀ ਮੌਰੀਆ ਸਾਮਰਾਜ ਦਾ ਪਤਨ ਹੋ ਗਿਆ ਸੀ। ਹਾਂਜੀ, ਨੈਕਸਟ ਆ ਗਿਆ ਦ ਸ਼ੁੰਗਾਸ। ਪੁਸ਼ਯਮਿੱਤਰ ਸ਼ੁੰਗਾ who was the commander-in-chief of the Mauryan army killed the last Mauryan ruler Brihadratha and himself became the king in 184 BC। ਹਾਂਜੀ, ਹੁਣ ਮੌਰੀਆ ਸੈਨਾਪਤੀ ਜਿਹੜਾ ਸੀ ਪੁਸ਼ਯਮਿੱਤਰ ਸ਼ੁੰਗ, ਉਹਨੇ ਹੀ ਲਾਸਟ ਸਮਰਾਟ ਜਿਹੜਾ ਸੀ ਮੌਰੀਆ, ਉਹ ਬ੍ਰਿਹਦਰਥ, ਉਹਨੂੰ ਮਾਰ ਦਿੱਤਾ ਸੀ ਤੇ ਆਪ 184 ਈਸਵੀ ਪੂਰਵ ਦੇ ਵਿੱਚ ਰਾਜਗੱਦੀ ਤੇ ਬੈਠ ਗਿਆ ਸੀ। ਇਸ ਡਾਇਨੈਸਟੀ ਕੇਮ ਟੂ ਬੀ ਨੋਨ ਐਜ਼ ਦ ਸ਼ੁੰਗਾਸ। ਤੇ ਉਸ ਦਾ ਜਿਹੜਾ ਵੰਸ਼ ਸੀ, ਉਸਦੀ ਜਿਹੜਾ ਡਾਇਨੈਸਟੀ ਸੀ, ਉਹਨੂੰ ਸ਼ੁੰਗ ਡਾਇਨੈਸਟੀ ਦੇ ਨਾਮ ਨਾਲ ਜਾਣਿਆ ਜਾਂਦਾ। ਪੁਸ਼ਯਮਿੱਤਰ ਵਾਜ਼ ਅ ਪਾਵਰਫੁਲ ਰੂਲਰ ਐਂਡ ਮੇਡ ਸੈਵਰਲ ਕੌਂਕਸਟ। ਤੇ ਉਹ ਆਪ ਵੀ ਬਹੁਤ ਸ਼ਕਤੀਸ਼ਾਲੀ ਸ਼ਾਸਕ ਸੀ ਤੇ ਉਹਨੇ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ ਸੀ। ਡਿਊਰਿੰਗ ਹਿਸ ਟਾਈਮ ਦ ਗ੍ਰੀਕ ਇਨਵੇਡਰ ਮੇਨੇਂਦਰ ਇਨਵੇਡਡ ਇੰਡੀਆ।
ਤੇ ਉਸੇ ਸਮੇਂ ਦੇ ਦੌਰਾਨ ਯੂਨਾਨੀ ਹਮਲਾਵਰ ਸੀਗਾ ਇੱਕ ਮਿਨੰਦਰ, ਉਹਨੇ ਭਾਰਤ ਦੇ ਉੱਤੇ ਹਮਲਾ ਕਰ ਦਿੱਤਾ ਸੀ। ਪੁਸ਼ਯਮਿੱਤਰ ਸੈਂਟ ਹਿਜ਼ ਗ੍ਰੈਂਡਸਨ ਵਾਸੂਮਿੱਤਰਾ ਟੂ ਫਾਈਟ ਵਿਦ ਦ ਗ੍ਰੀਕਸ, ਤੇ ਪੁਸ਼ਯਮਿੱਤਰ ਨੇ ਆਪਣੇ ਪੋਤੇ ਵਾਸੂਮਿੱਤਰ ਨੂੰ ਯੂਨਾਨੀਆਂ ਦੇ ਨਾਲ ਲੜਾਈ ਕਰਨ ਦੇ ਲਈ ਭੇਜਿਆ ਸੀ। ਵਾਸੂਮਿੱਤਰਾ ਡਿਫੀਟਡ ਦ ਇਨਵੇਡਰ ਔਨ ਦ ਬੈਂਕਸ ਆਫ ਦ ਰਿਵਰ ਇੰਦਸ, ਤੇ ਪੁਸ਼ਯਮਿੱਤਰ ਦੇ ਜਿਹੜਾ ਪੋਤਾ ਸੀ ਵਾਸੂਮਿੱਤਰ, ਉਹਨੇ ਹਮਲਾਵਰਾਂ ਨੂੰ ਸਿੰਧੂ ਨਦੀ ਦੇ ਕੰਢੇ ਤੇ ਹਰਾਤਾ ਸੀ। ਪੁਸ਼ਯਮਿੱਤਰਾ ਪਰਫਾਰਮਡ 2 horse sacrifices ਅਸ਼ਵਮੇਧ, ਤੇ ਪੁਸ਼ਯਮਿੱਤਰ ਨੇ 2 ਅਸ਼ਵਮੇਧ ਯੱਗ ਵੀ ਕਰਵਾਏ ਸੀ। ਦ ਸਤੂਪਾ ਆਫ ਭਰਹੂਤ ਇਨ ਮੱਧ ਪ੍ਰਦੇਸ਼ ਵਾਸ ਬਿਲਡ ਡਿਊਰਿੰਗ ਹਿਜ਼ ਟਾਈਮ, ਤੇ ਉਸੇ ਦੇ ਸਮੇਂ ਮੱਧ ਪ੍ਰਦੇਸ਼ ਦੇ ਵਿੱਚ ਭਰਹੂਤ ਸਤੂਪ ਵੀ ਬਣਾਇਆ ਗਿਆ ਸੀ। ਆਫਟਰ ਪੁਸ਼ਯਮਿੱਤਰ ਹਿਜ਼ ਸਨ ਅਗਨੀਮਿੱਤਰਾ ਬਿਕੇਮ ਦ ਕਿੰਗ, ਤੇ ਪੁਸ਼ਯਮਿੱਤਰ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਅਗਨੀਮਿੱਤਰਾ ਰਾਜਾ ਬਣਿਆ। ਸ਼ੁੰਗਨ ਸੂਨ ਲੋਸਟ ਪਾਵਰ ਐਂਡ ਸੈਵਰਲ ਫੋਰਨਰਸ ਲਾਈਕ ਦ ਸ਼ਾਕਿਆਸ ਪਾਰਥੀਅਨਸ ਐਂਡ ਕੁਸ਼ਾਨਾਸ ਫਰੋਮ ਸੈਂਟਰਲ ਏਸ਼ੀਆ ਸਟਾਰਟਡ ਐਂਟਰਿੰਗ ਇੰਡੀਆ, ਤੇ ਛੇਤੀ ਹੀ ਸ਼ੁੰਗ ਵੰਸ਼ ਦਾ ਪਤਨ ਹੋ ਗਿਆ ਸੀ ਤੇ ਮੱਧ ਏਸ਼ੀਆ ਤੋਂ ਹੋਰ ਬਹੁਤ ਸਾਰੇ ਵਿਦੇਸ਼ੀ ਜਿਵੇਂ ਸ਼ਕ, ਪੱਲਵ ਜਾਂ ਕੁਸ਼ਾਣ, ਉਹਨਾਂ ਨੇ ਭਾਰਤ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ। ਤੇ ਇਹ ਸੀ ਆਪਣਾ ਚੈਪਟਰ ਨੰਬਰ 13। ਨੈਕਸਟ ਵੀਡੀਓ ਲੈਸਨ 'ਚ ਆਪਾਂ ਨੈਕਸਟ ਚੈਪਟਰ ਸਟਾਰਟ ਕਰਾਂਗੇ। ਓਕੇ ਸਟੂਡੈਂਟਸ, ਆਲ ਦ ਵੈਰੀ ਬੈਸਟ, ਥੈਂਕ ਯੂ ਸੋ ਮਚ।